ਸੂਰਠ ਮਹਿਲਾ ਚੌਥਾ। ਆਪੇ ਸੇਵਾ ਲਾਇਂਦਾ ਪਿਆਰਾ, ਆਪੇ ਭਗਤੀ ਉਮਾਹਾ, ਆਪੇ ਗੁਣ ਗਾਵਾਇਂਦਾ ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਸੇਵਾ ਲਾਇਂਦਾ ਪਿਆਰਾ, ਆਪੇ ਭਗਤੀ ਉਮਾਹਾ, ਆਪੇ ਗੁਣ ਗਾਵਾਇਂਦਾ ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ। ਮੇਰੇ ਮਨ ਜਪ ਰਾਮ ਨਾਮ ਉਮਾਹਾ, ਅਨ ਦਿਨ ਆਨੰਦ ਹੋਵੈ ਵਡ ਭਾਗੀ, ਗੁਰ ਲੈ ਗੁਰ ਪੂਰੈ ਹਰਿ ਲਾਹਾ। ਰਹਾਉ ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰ ਪਿਆਰਾ, ਆਪੇ ਵੰਸ ਵਜਾਹਾ। ਕੁਲੀਆ ਪੀੜ ਆਪ ਮਰਾਇਂਦਾ ਪਿਆਰਾ, ਕਰ ਬਾਲਕ ਰੂਪ ਪਚਾਹਾ, ਆਪ ਅਖਾੜਾ ਪਾਇਂਦਾ ਪਿਆਰਾ, ਕਰ ਵੇਖੈ ਆਪ ਚੋਜਾਹਾ, ਕਰ ਬਾਲਕ ਰੂਪ ਉਪਾਇਂਦਾ ਪਿਆਰਾ, ਚੰਡੂਰ ਕੰਸ ਕੇਸ਼ ਮਾਰਾਹਾ, ਆਪੇ ਹੀ ਬਲ ਆਪ ਹੈ ਪਿਆਰਾ, ਬਲ ਭੰਨੈ ਮੂਰਖ ਮੁਗਦਾਹਾ। ਸਭ ਆਪੇ ਜਗਤ ਉਪਾਇਂਦਾ ਪਿਆਰਾ, ਵਸ ਆਪੇ ਜੁਗਤ ਹਥਾਹਾ, ਗਲ ਜੇਵੜੀ ਆਪੇ ਪਾਇਂਦਾ ਪਿਆਰਾ, ਜਿਉ ਪ੍ਰਭ ਖਿੰਚੈ ਤਿਉ ਜਾਹਾ। ਜੋ ਗੁਰ ਬੈਸੋ ਜੋ ਗਰਬੈ ਸੋ ਪਤਸੀ ਪਿਆਰੇ, ਜਪ ਨਾਨਕ ਭਗਤੇ ਸਮਾਹਾ। ਗਲ ਜੇਵੜੀ ਆਪੇ ਪਾਇਂਦਾ ਪਿਆਰਾ, ਜਿਉ ਪ੍ਰਭ ਖਿੰਚੈ ਤਿਉ ਜਾਹਾ। ਜੋ ਗਰਬੈ ਸੋ ਪਤਸੀ ਪਿਆਰੇ, ਜਪ ਨਾਨਕ ਭਗਤੀ ਸਮਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ
ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿੱਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ 'ਚ ਬਤੀਤ ਕਰਾਇਆ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਅਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਆਸੁਭਾਗਾ ਸਮਾਂ ਵੀ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਵਾਸਤੇ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਸਾਨੂੰ ਉਪਦੇਸ਼ ਮਿਲਿਆ ਤੇ ਮਹਾਰਾਜ ਨੇ ਦੱਸਿਆ ਨਾ ਕਿ ਸੰਸਾਰ ਦਾ ਧਨ ਜਿਹੜਾ, ਜੋ ਸੰਸਾਰ ਦੀ ਸੰਪत्ति ਹੈ, ਜੋ ਸੰਸਾਰ ਦਾ ਪਦਾਰਥ ਹੈ, ਇਹ ਸਦਾ ਰਹਿਣ ਵਾਲਾ ਨਹੀਂ ਗਾ। ਤੇ ਵਾਹਿਗੁਰੂ ਜੀ ਦਾ ਜੋ ਨਾਮ ਹੈ ਇਹ ਅਖੁੱਟ ਹੈ ਪਰ ਸਦਾ ਰਹਿਣ ਵਾਲਾ ਹੈ। ਇਹ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ। ਜਿਉਂ ਹੌਲੀ ਹੌਲੀ ਅਸੀਂ ਇਹ ਗੱਲ ਸਮਝਦੇ ਜਾਂਦੇ ਹਾਂ ਕਿ ਵਾਹਿਗੁਰੂ ਜੀ ਦਾ ਨਾਮ ਹੀ ਸਤ ਸਦੀਵੀ ਹੈ, ਸਤ ਸਰੂਪ ਹੈ। ਬਾਕੀ ਕੋਈ ਵਸਤੂ ਭਾਵੇਂ ਉਹ ਧਨ ਕਰਕੇ ਹੈ, ਭਾਵੇਂ ਕਿਸੇ ਹੋਰ ਕਿਸੇ ਰੂਪ ਦੇ ਵਿੱਚ ਵੀ ਹੈ, ਭਾਵੇਂ ਸਾਡੇ ਗੁਣ ਵਿਦਿਆ ਸਕਿੱਲ ਨੂੰ ਆਪਾਂ ਕਹਿੰਦੇ ਹਾਂ ਕਿ ਫਲਾਣਾ ਬੰਦਾ ਬੜਾ ਹੁਨਰਮੰਦ ਹੈ ਜੀ, ਫਲਾਣੇ ਬੰਦੇ ਕੋ ਬੜਾ ਬਲ ਹੈ, ਬੜੀ ਸੁੰਦਰਤਾ ਹੈ, ਬੜਾ ਧਨ ਹੈ, ਬੜੀ ਵਿਦਿਆ ਹੈ। ਇਹ ਸਾਰੀਆਂ ਚੀਜ਼ਾਂ ਸਦਾ ਕਾਲ ਵਾਸਤੇ ਨਹੀਂ ਕੀਆਂ ਤੇ ਖਾਸ ਕਰਕੇ ਅਦ੍ਰਿਸ਼ਮਾਨ ਪਦਾਰਥ ਜਿਹੜੇ ਨੇ, ਕਿਸੇ ਕੋ ਬੜੀ ਜ਼ਮੀਨ ਜਾਇਦਾਦ ਹੋਏਗੀ, ਕੋਈ ਰਾਜਾ ਹੋਏਗਾ, ਕੋਈ ਚੌਧਰੀ ਹੋਏਗਾ, ਕੋਈ ਸਿੱਖਦਾਰ ਹੋਏਗਾ, ਵੱਡੀਆਂ ਵੱਡੀਆਂ ਜਾਤੀਆਂ ਦੇ ਆਪਣੇ ਆਪਣੇ ਇਲਾਕਿਆਂ ਦੇ ਲੋਕਾਂ ਨੂੰ ਮਾਣ ਨੇ, ਇਹ ਕੁਝ ਵੀ ਤੇ ਸਦੀਵੀ ਨਹੀਂ ਗਾ। ਅਗਰ ਸਦਾ ਰਹਿਣ ਵਾਲਾ ਹੈ ਤੇ ਪ੍ਰਭੂ ਜੀ ਦਾ ਨਾਮ। ਇਹੀ ਗੱਲਾਂ ਸਾਨੂੰ ਇਹ ਲਗਾਤਾਰ ਜੋ ਮਹਾਰਾਜ ਜੀ ਦੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨ ਜੋ ਆਪਾਂ ਰਾਗ ਸੋਰਠ ਵਿੱਚ ਵਾਚ ਰਹੇ ਹਾਂ, ਲਗਾਤਾਰ ਇੱਕ ਹੀ ਗੱਲ ਤੇ ਮਹਾਰਾਜ ਕਰ ਪਿਛਲੇ 6 ਸ਼ਬਦ ਨੇ, ਅੱਜ ਆਪਾਂ 6ਵਾਂ ਸ਼ਬਦ ਵਾਚ ਰਹੇ ਹਾਂ। ਲਗਾਤਾਰ ਇੱਕ ਗੱਲ ਕੀਤੀ ਜਾ ਰਹੀ ਹੈ, ਆਪੇ ਆਪ ਵਰਤਾ ਪਿਆਰਾ, ਆਪੇ ਆਪ, ਆਪੇ ਆਪ। ਉਹ ਹਰ ਰੂਪ ਦੇ ਵਿੱਚ ਆਪ ਹੈ, ਹਰ ਰੰਗ ਦੇ ਵਿੱਚ ਆਪ ਹੈ, ਸਭ ਕੁਝ ਤੇ ਆਪ ਹੈ। ਅੱਜ ਜੋ ਕੁਝ ਵੀ ਸਾਨੂੰ ਦਿਸਦਾ ਹੈ ਤੇ ਜੋ ਅਸੀਂ ਨਹੀਂ ਦੇਖ ਪਾ ਰਹੇ, ਜਿਸ ਨੂੰ ਅਸੀਂ ਕਦੇ ਕਦੇ ਦ੍ਰਿਸ਼ ਤੇ ਅਦ੍ਰਿਸ਼ ਕਹਿੰਦੇ ਹਾਂ, ਦ੍ਰਿਸ਼ਮਾਨ ਸੰਸਾਰ ਵੀ ਸਾਡਾ ਉਹਦਾ ਹੈ, ਤੇ ਜੋ ਅਦ੍ਰਿਸ਼ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ, ਮੰਨ ਲਓ ਹਵਾ ਅੱਖਾਂ ਨਾਲ ਵੇਖੀ ਨਹੀਂ ਜਾਂਦੀ, ਤਨ ਕਰਕੇ ਮਹਿਸੂਸ ਹੁੰਦੀ ਹੈ, ਕਰਤੇ ਦੀ ਰਚਨਾ ਹੈ। ਇਹ ਤਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਨ੍ਹਾਂ ਨੂੰ ਅਸਾਂ ਅਜੇ ਤੱਕ ਵੇਖਿਆ ਹੀ ਨਹੀਂ, ਪਰ ਹੈਗੀਆਂ ਨੇ ਕਰਤੇ ਦੀ ਰਚਨਾ। ਦਰਅਸਲ ਉਹ ਆਪ ਹੀ ਆਪ ਵਰਤਦਾ ਹੈ। ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਉਹ ਹਰ ਥਾਂ 'ਤੇ ਆਪ ਵਰਤਦਾ ਹੈ ਅਤੇ ਉਹਦੇ ਆਪੇ ਨੂੰ ਸਮਝਣ ਵਾਸਤੇ ਸਾਨੂੰ ਵਿਸ਼ਾਲ ਮਤ ਬੁੱਧ ਚਾਹੀਦੀ ਹੈ।
और आपे अज भी कहते हैं, आपे सेवा लाइंदा प्यारा। संसार जो कोई सेवा करता है तो मता कोई मान करे मैं करता पिया, किसी पद्धर की सेवा भावें कोई तन करके करता है, भावें कोई धन करके करता है, तो भावें कोई मन करके करता है। तीन ही पद्धर ने सेवा के साडे, उन्हें आप लाया तो लगे ना। जिन्होंने उसने अपनी सेवा च नहीं लाया वो चाह के भी नहीं सेवा च नहीं लग पाते। असी अपने अपने तरीके ना अलग अलग व्याख्यावां करते रहने हैं। देखो जी, फलाने बंदे नूं असीं चुन लिया, असीं रख लिया, असीं हटा दिता, असीं आ कर दिता है, असीं वो कर दिता है। इहो जिहियां बनतरा मनुख बह के बनाउंदा रहिंदा है। किसी को कुछ मिल गया सेवा करने की, कहते देखो जी मेरी हिकमत, मेरा बल, मेरे बंदे, पर ना भाई ऐसा नहीं जी। असलियत में ये है कि जिन्हों गुरु करता पुरख जी सेवा का समा बख्शिश कर देते हैं वही सेवा करेगा। तो जिन्हों किसी कारण अपनी सेवा चों बाहर कढ़ देंदे ने वो लख यत्न करके भी सेवा के मंडलों च प्रवेश नहीं कर सकता। वो बाहर उपराले करता रहे, कलपदा रहे, तड़पदा रहे, पर मंडलों च आ नहीं सकता उन्ना चिर जिन्ना चिर महाराज की बख्शिश नहीं वरतदी। इसे करके जो साडे वडेरे अभ्यासी होए ने वो एक गल ते जोर देंदे ने, अपने मालिक की किरपा ते कोशिश करया कर, तेरे ते किरपा हो जाए, क्योंकि किरपा करके ही कुछ बख्शिश करते हैं। असी एक वचन पढ़ते, सेवक कौ सेवा बने आई। भी सेवक ने सेवा की, महाराज की खुशी मिली, महाराज ने सेवा बख्श दी। यही एक सूत्र है कि बार बार सेवा मिलता, सेवा की है, सेवा करके महाराज खुश ने, महाराज होर सेवा बख्शणगे। जिन्हां दी सेवा ते महाराज खुश नहीं होंदे उन्होंने फिर महाराज अगली बारी सेवा देंदे भी नहीं। ये आपां गल समझ लईए, क्योंकि सेवा वो आप लाउंदा है, किस नूं लाउणा है, कित्थे लाउणा है, ये साहिब नूं पता है। इसे राग विच अगे जाके जदों आपां वारां दा पाठ करना, इसे राग सुरट की वार विच बड़ा प्यारा बचन मिलेगा। होरनां थावां ते अलग अलग मिलते ने। एक सेवक गुर पास, एक गुर कार्य लाइयां, जिसनों दर्शन फिलासफी वाले समझाते हैं कि मान लो दो चार सेवादार कट्ठे होकर किसी नगर चों आए, कट्ठे ही ने भाई, कट्ठे खाते पींदे हिलाते, हम उम्र ने, खेड मल के वड्डे कट्ठे हुए ने, गुरु दरबार च आ गए। गुरु महाराज ने एक नूं अपने कोल बिठा लिया, तू इत्थे बह जा, दूजे नूं अपने चौर की सेवा देती, तीजे नूं दरवाजे ते खड़े होने की सेवा देती, चौथे नूं किसी होर पानी ढोण लाता, किसी नूं मिट्टी ढोण लाता, किसी नूं होर खड़े करता, किते दूर सज्जे खबे भेज दिता। असीं फिर इन्हां दी वंड करते हैं। देखो जी, जो मिट्टी ढोंदा पिया वो बहुत नीवें पद्धर दा है, जो दरवाजे ते खड़ा वो भी नीवें पद्धर दा है, जिन्हों दूर भेज दिता है वो भी नीवें पद्धर दा है। आ देखिया मैं कितना वड्डा हाँ, मैनू महाराज ने कोल बिठाया हुआ है। असीं तां सोचण लग पैने आ, पर सच ये है कि पता नहीं महाराज कितना विश्वास दूजे ते करते हैं। जिते विश्वास करनगे जरूरी काम लिए उन्होंने भेजणगे। इसे करके सानूं भाई एक सेवक गुर पास, एक गुर कार्य लाइयां। हुण अगली गल, जिन्हां गुरु प्यारा मन चित। हुण सेवा करते हैं, कोई दरबार च हजूरी च बैठा है, कोई प्रसाद ते बैठा है, कोई गेट ते खड़ा है, कोई दूर गया हुआ है, कोई मिट्टी पुट्टदा है, मिट्टी कुटदा है, पत्थर तोड़दा है। प्यार किनूं मिलेगा? गुरु साहिब की बख्शिश का प्यार किस नूं मिलेगा? तो कहने लगे जिहदा हिरद का भाव शुद्ध होएगा। दा मतलब ये नहीं है कि जो नेड़े बैठा उन्होंने तो प्यार मिल जाएगा, नहीं। जिसते हिरदे का भाव शुद्ध हो जाएगा वो भावें नेड़े हुए तो भावें दूर हुए, गुरुदेव की कृपा उहदे ते पवेगी। गुरुदेव की कृपा उसे नूं प्राप्त होएगी जिसते हिरदे के भाव शुद्ध होणगे। तो जो हिरदे के भाव शुद्ध हो जाणगे
तो फिर उसनों सेवा के बदले च होर सेवा मिलेगी। जिवें व्यापार में असीं देखते हैं, एक बार कोई किसी बेनती का व्यापार करता है, उसका लैन देन ठीक होंदा है, व्यवहार ठीक है, क्वालिटी ठीक है, लैन देन ठीक है, अगला दूजी बारी उन्होंने काम दिंदा है, तीजी बारी काम दिंदा है, फिर कहता जी साडा पक्का बनता है। असीं इसे नूं काम दसदे हैं क्योंकि ये विश्वास बच गया। इस तरह जदों कोई सेवक अपने गुरु महाराज की सेवा च आ जाता है, सेवा की सेवा नूं परख होंदी है। कुछ समय बाद अगर वो टिकिया होया है तो गुरुदेव परखां भी अपने तरीके नाल करदे ने। अपने तरीके नाल परखण तो बाद गुरुदेव उसनूं सेवा च ला लैंदे ने, ते जिहनूं सेवा च ला लैंदे ने फिर उस नूं सेवा बख्शी जाते हैं, उस नूं सेवा मिलती रहती है। ये गल सानूं समझ आ जाए, सेवा दे विच लाउंदा भी आप है तो सेवा करवाउंदा भी आप है, सेवा का बल भी आप दिंदा है। अज ये गल सानूं समझा रहे हैं, आपे सेवा लाइंदा प्यारा, आपे भगति उमाहा। भगती करन दा चाओ, उमाहा का मतलब चाओ, भगती आम तौर पर असीं बोलते हैं जिदा जो तत्ते नूं सिहारी लगी असीं रख देने असीं भगत बोलते हैं। तो भाई भगत एक व्यक्ति होता है, ये भगती एक क्रिया है जो मनुख के द्वारा भगत के द्वारा किया जाना। अज असीं बैठे हाँ, जे असीं प्यार ना कर सके तो साडा कथा करना तो कथा सुनना भी भगती हो सकता है। कथा सुनने वाला कथा करने वाला भगत हो सकता है, कथा सुनने वाला भगत हो सकता है, पर सुनना भगती है, सुन के मनना भगती है। ये जो कुछ करना है ना आसान है, वो भगती है। व्यक्ति नूं तो भगत कहा गया, पर व्यक्ति वालों जो किया गया है, हुण अगर उन्हें प्रेम ना किया है तो भगती है। महाराज कहने लगे जिहड़े प्यारे ने ना उन्होंने सेवा दे विच लाउंदा भी आप है, तो फिर आप ही उन्होंने एक बल दिता है। उस बल का मतलब होंदा चाव पैदा करना, उत्साह पैदा करना। वो आप ही अंदर उन्हां जियां दे एक सेवा का उत्साह पैदा कर दिंदा है, तो उस उत्साह के सदके ही सेवक सेवा करी जाते हैं। अज भी आप देखते हैं, भावें गाहे बगाहे असीं उन्हां ते दुनियावी तौर पर लख टीका टिप्पणियां करिए, पर जिन्हां नूं एक बार लंगर की सेवा च चाओ देता, वो दिन रात लंगर च लगे हुए हैं। तो सर्दी जाए गर्मी जाए बरसात जाए, बड़े शौक नाल बहिंदे ने, क्योंकि उन्होंने चाव मिलता है, चंगा लगता है, वो माँ पैदा होंदा है। किसी ने जोड़े घर च बैठण का चाव पैदा होंदा, पता लगा भी सर्दी गर्मी बरसात जोड़े घर च बैठता है। किस लंगर च आके कोई निक्के निक्के काम करने चंगे लगते हैं, क्योंकि हो सकता है गुरु करते ने वेखिया ये इत्थे परफेक्ट कर सकता है, उन्होंने उत्थे ला दिता है। कोई भाई जगह साफ करता है, कोई जोड़े ते बैठा है, कोई किते असीं वेखदे हैं सेवादार नूं बैठते ने, चाव ना करते हैं। वो जो चाव है ना, याद रखना, वो किसी के द्वारा पैदा किया गया। साडे अंदर जो बाणी पढ़न का, किसी के अंदर कथा सुनन का, किसी के अंदर कथा करन का, कीर्तन सुनन का, कीर्तन करन का, पाठ सुनन का या पाठ करन का जो चाव है ना, ये भगती है। इसे करके असीं अपने आले दुआले दे वडेरियां नूं सुणदे पढ़दे हाँ, तो यही तो कहते हैं कि भाई अगर तुसीं मजबूरी च कर रहे हो, पवित्र तो पवित्र कर्म भी करते हो। असीं कहांगे सब तो पवित्र कर्म बाणी पढ़ना, बाणी पढ़ाउणा हुंदा है। और अगर तुसीं इस कर्म नूं मजबूरी च कर रहे हो तो बहुत सारा लाभ नहीं प्राप्त कर रहे, क्योंकि एक वचन है, बद्धा चट्टी जो भरे ना गुण ना उपकार। तो अगर तुसीं प्रेम ना करते पे हो, यही बाणी प्रेम ना पढ़ते पे हो, तो तुहाडी की भगती कोई नहीं करता। यही गल सानू समझ आ जाए, आपे सेवा लाइंदा प्यारा, आपे भगते उमाहा। भगती करन दा चाओ भी तो आप दिंदा है ना। असी पुरानी साखी च वेखिया है, सूरदास अंधले ने, दुनियावी तौर पर उन्होंने नेत्र नहीं गए,
पर सत्संगत करन दा चाव इन्ना ज़्यादा है कि ठेडे खांदे हुए भी संगत के मुकाम तक आ जाते। संध्या के वेले जो सत्संगत होंदी है उदों तुरदे ने तो किसी जी नूं कहंदे मेरी लालटेन बाल दे। लालटेन बाल के रुकते रुकते ठेडे ठुडे खा के सत्संग के मुकाम ते आउंदे। किसी ने पूछा कि बाबे तैनूं तो दिसता नहीं, तेरे वास्ते दिन ते रात एक बराबर है, फिर लालटेन क्यों बाली फिरदा रहिंदा है? कि लगा मेरे वास्ते नहीं है, मैनूं पता है कि मेरे वास्ते दिन ते रात एक बराबर है, ये तुहाडे वास्ते है ताकि लालटेन तुहानूं दिसदी है। तुसीं किते इस लालटेन दे नाल राह वेख के इस पासे आ जाओ कि आ अन्ना बन्ना तुरिया जांदा है, चल असीं भी तुरे चलीए। ये लालटेन तुहाडे वास्ते। याद रखना दा हर कर्म भगत है ना, भगती बन जाता है, क्योंकि उन्होंने करते ने ये बल दिता है कि वो प्रेम दे नाल कर्म करते हैं जिन्हां दे नाल सोसाइटी ते फर्क पैंदा है, जिन्हां दे समाज के जीवन में प्रभाव पैंदा है। कहने लगे भगती का उत्साह भी आप देंदा है। आपे गुण गावाइंदा प्यारा। उस भगती के उत्साहां विचों एक उत्साह है उहदे गुण गाउणा। बहुत सारे करतब ने जिहड़े भगती खेत्र च साडे मोटे मोटे तौर पर मन्ने जाते हैं। लंगर की सेवा करना, जोड़े घर की सेवा करना, अभ्यागतां की सेवा करना, ये सारे मोटे मोटे करतब मन्ने जाते हैं। तो भाई कीर्तन करना भी तो एक सेवा है ना, कीर्तन तो एक भगती है ना। हुण साडे चों भी कुछ जी ने ना जिन्हां दे अंदर भावें प्रोफेशनल कीर्तनीय नहीं गए पर कीर्तन का एक चाव पैदा होता है। आखिर कौन पैदा करता है? क्योंकि उन्होंने पता है कि साडा किता नहीं गा, साडा प्रोफेशन नहीं गा, असीं इस रूप च नहीं करते, पर फिर भी उन्होंने दे अंदर एक उमाह जिहा पैदा, मैं कीर्तन करना है, मैं शब्द पढ़ना है। और कई बार वेखिआ है इस तरह के शब्द पढ़ने वाले प्रेमी जन कई घंटे स्टेज पर इंतजार करते वेखे, प्रेम देना बैठे ने, जदों समा मिलेगा उदों कर लांगे, कोई जिद नहीं कि होने दिओ। और वेखिआ होना आपने कई घंटे बैठे रहंदे ने, बस इस उड़ीक है कि एक शब्द पढ़ने का समा मिल जाएगा, क्योंकि उन्होंने किसी को नहीं सुनाना, उन्हें अपने गुरु को खुश करना है। उन्होंने इन्ना को पता है कि गुरु करते की बाणी पढ़ते हैं ना कीर्तन के रूप में, गुरु खुश होते हैं, बस वो अपने गुरु को खुश करने बैठे ने। तो दूजे पासे साढ़े वर्गड़े प्रोफेशनल ने 10 मिनट वध घट बैठना पवे तो लोग कल्पन लग पे कल्पते ने तो देखते, जे किसी को 5, 7, 10 मिनट भी वेट करना पै जाता है तो कल्पन लग पैंदा है। पर प्रेमी जन जिहड़ा इस लैवल पर पहुंचा होएगा वो कहेगा कोई गल नहीं, थोड़ी देर होर से वो होर कर रहेगा, क्योंकि गुण गाउण की जी जुगत है, गुण गाउण का जो उमाह है ये भी करते की एक दात है। असी पढ़िया ये बख्शिश है, सिफत सलाह करता पुरख वाहिगुरू जी की बख्शिश है, जिसनों बख्शे सिफत सलाह एक बख्शिश है। अरदास करे कि सच्चे पातशाह सानू भी कितनी कृपा कर, ये बख्शिश सानू भी मिले कि असीं भी तेरे गुण गा सकीए। ये ठीक है मैं कीर्तनीय वां गा के नहीं पढ़ पावांगा, हो सकता सानू गाउणा ना आउंदा होवे, हो सकता सानू संगीत इस तरीके नाल वजाउणा ना आउंदा होवे, पर महाराज सन तौफीक बख्श असीं तेरा भजन ते कर सकीए। असीं सानू हुक्म है ना मार्ग चलत हरे हर गाइए, तो जदों भाई असीं घरों इत्थों तक आउंदे आ, इत्थों घर तक जाना है, आखिर 10-15 मिनट तक गैप है ना, हर एक नूं इन्ना कुं समां तो लगदा, 5-10 मिनट तो लगदे ही नहीं ना। इत्थों उठ के घर जाण ते घर तो तैयार होकर इत्थे आण जितना भी समा लगता है उतने समय की करते हो, वो समा बड़ा लाहेवंद हो सकता है, वो समा नुकसानदायक भी हो सकता है। असीं की करते हैं दुनिया की कल्पनावां, कोई सज्जन मित्र मिल जाता है, दुनिया दी गल्लां, असीं इधर आउंदे भी हाँ तो दुनिया की गल्लां करते आउंदे हाँ, इत्थों जाते भी हाँ तो दुनिया की गल्लां करते जाते हैं। भाई साहब भाई मनी सिंह साहब जी की गाथावां दे विच एक बहुत प्यारा जिक्र है, साडे इस करतब नूं जो सत्संगत वाल कोई आउंदा है ना,
इसनूं महाराज के प्यार में उन्होंने बहुत वड्डा पद्धर ते लिखी है। भाई साहब जी ते किसी ने सवाल किया कि भाई साहब जी ਜਿਹੜੇ प्यारे उठ के सवेरे सर्दी गर्मी दे विच संगत वाल आउंदे ने उन्होंने की लाभ मिलता है। जो आप देखते हैं कुछ प्यारे ऐसे होंगे ने जो निता प्रति संगत वाल आउंदे ने, संगत विच आके बहिंदे ने ते भाई साहब कहन लगे भाई उन्होंने बहुत वड्डे लाभ मिलते हैं। उन्होंने आत्मक सब तो वड्डी गल आत्मक संतुष्टि मिलती है, आत्मक सुख मिलता है, अपने गुरु की कृपा मिलती है, अपने गुरु की नज़र के पात्र बनते हैं। उन्हें कहा जी होर ये तो हो गया भी आत्मक संतुष्टि है जी, सुखी होकर बहिंदा है, वो घरों कलेश मिट जाते हैं। असी किते करके तो वेखिए साडे घरां चों साडे मनां चों कलेश मिट जाते हैं अगर सत्संगत निता प्रति होण लग पैंदी है। मिठे कलेश सुखी हो रही है, ऐसा दाता सतगुर कही है, ऐसा गुरुदेव दाता है जे चरणों में जुड़ गए तो साढ़े कलेश मिट जाते, तन के कलेश मिटते, मन के कलेश मिटते, परिवार के कलेश मिट जाते हैं। कह लगे होर की मिलता है, कह लगे फिर तुसीं किस जिस रूप समझना चाहते हो वो भी सुन लो। अगर कोई जी अपने घर तो गुरु दरबार वाल वाहिगुरू 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 जपदा होया तुरदा है ना, तो तुहाडी दृष्टि विच इत्थे एक यज्ञ करना बहुत वड्डा फल मिलता है। कह लगे जी हाँ असी तो सुनिया कि लोग यज्ञ करते हैं बहुत वड्डे फल मिलते हैं। कह लगे सब तो वड्डा फल किहड़े यज्ञ का कहिंदे हो? कह लगे जी अश्वमेध यज्ञ का फल असी सुनिया है सब तो वड्डा होता है। भाई साहब कह लगे सुनो, जदों कोई जी गुरु दरबार वाल वाहिगुरू वाहिगुरू करता तुरदा ना, तो जितने कदम उपुटदा है उतने ही कदमां के मुताबिक उन्होंने अश्वमेध यज्ञां का फल मिलता है। ये गल समझाने का भाई साहब तरीका है कि भाई अगर कोई गुरु सवाल आउंदा दुनिया के फिक्के बोलन छड्ड दिंदा है, दुनिया की कल्पनावां तो परां हट के केवल गुरु गुरु जपण लग पैंदा है, तो गुरु दरों बहुत वड्डियां वड्डियां बख्शिशां का पात्र बन जाता है। अज कह लगे करता पुरख आप कृपा करता है, अपने प्यारे में बल दिंदा है, उसका गुण गाउण लग पैंदे ने। अरदास करे कि साडे ते भी कृपा होए, असीं भी तेरे गुण गाउण लग पईए, असीं तेरे गुण गा सकीए। आपे गुण गावाइंदा प्यारा, गुण आप गवाउंदा है, आपे शब्द समाहा। और ये भी सानू पता है कि साडा मंडल है गुरसिखां दा, गुण भी गाने ने ते गाने भी शब्द के सदके ने। ये भी चेते रखना कि ऐसा ना हो कि अपने मन मर्जी की कोई बनाओ घड़त घड़ लई, अपनी मन मर्जी के दो चार बोल टप्पे लिख ले तो असीं कि देखो जी करते की सिफत लिख ली, किसी बाहरों धारना के गीत याद कर ले, देखो जी बड़ी बंदगी च बड़ी राम राम की उस्तत है। कह लगे ना भाई साढ़े वास्ते जगत गुरु गुरु नानक पातशाह साहब जी ने ये पावन वचन जिन्होंने शब्द किया गया है, शब्द उचारे ने ना, तो भाई जी करते की उस्तत करनी है तो इन्होंने शब्दों के सदके करना, क्योंकि इन शब्दों में जो साड़ी अरदास रलती है तो फिर इन्हों की कीमत बहुत पैंती है, क्योंकि इस शब्द की बोल नूं गुरु करता पुरख सुनते हैं। इसे करके सानू कहते हैं जदों भी अरदास करना कोशिश करना कि शब्द के विच दायरे विच रह के करना। और कह लगे ये सारा कुछ आपे करता है, आपे गुण गावाइंदा प्यारा, आपे शब्द समाहा। गुण भी आप गायन कराउंदा है तो शब्द जिसनों गा रहा ना वो भी आप जे, क्योंकि शब्द गुरु है, जिसनों गा रहा है शब्द नूं वो भी आप है, तो जो गुण गा रहा वो गुण रूप भी आप है। आपे सब कुछ है, आपे लेखन आप लिखारी, आपे लेख लिखाहा। तो असीं भी मनते हाँ हर जी दे नाल कुछ ना कुछ लेख लिखे ने, साडे तुहाडे हर एक जी दे लेखां दे विच कुछ ना कुछ बाकी है, तभी तो इत्थे बैठे हैं। जो कुछ भी इत्थे प्राप्त हो रहा है उस गुरु करते दे लेखां दे सदके है, तो वो लेख सारे लिखे हुए ने
ਉਲੇਖਾਂ ਦੇ ਮੁਤਾਬਕ ਹੀ ਅਸੀਂ ਇਹ ਸਾਰੀਆਂ ਕਾਰਵਾਈਆਂ ਕਰ ਰਹੇ ਹਾਂ। ਆਪਣੇ ਪਿਆਰ 'ਚ, ਆਪਣੇ ਘਰ ਪਰਿਵਾਰ 'ਚ, ਆਪਣੇ ਸੰਸਾਰ ਯੁੱਗ 'ਚ ਵੀ ਕਰ ਰਹੇ ਹਾਂ। ਅਸੀਂ ਲੇਖਾਂ ਦੇ ਸਦਕੇ ਕਰਦੇ ਪਏ ਹਾਂ। ਲੇਕਿਨ ਲੇਖ ਕੌਣ ਲਿਖਦਾ ਹੈ? ਆਪੇ ਲੇਖਣ, ਆਪ ਲਿਖਾਰੀ। ਉਹ ਲੇਖ ਵੀ ਆਪ ਹੀ ਲਿਖਦੇ ਨੇ। ਸਿਆਣੇ ਮੰਨਦੇ ਨੇ ਕਿ ਸਾਡੇ ਕੀਤੇ ਕਰਮਾਂ ਤੋਂ ਸੰਸਕਾਰ ਬਣਦੇ ਨੇ। ਸੰਸਕਾਰਾਂ ਨੂੰ ਵੇਖ ਕੇ ਲੇਖ ਲਿਖੇ ਜਾਂਦੇ ਨੇ, ਉਹਨਾਂ ਦੇ ਮੁਤਾਬਕ ਭਾਗ ਬਣਦੇ ਨੇ। ਛੇਵੇਂ ਪਾਤਸ਼ਾਹ ਸਾਹਿਬ ਜੀ ਦੇ ਹਜ਼ੂਰ ਉਸ ਬੀਬੀ ਦੀ ਸਾਖੀ ਸੀ, ਕਈ ਵਾਰ ਪੜ੍ਹਦੇ ਸੁਣਦੇ ਆ, ਜਿਹਦਾ ਨਾਮ ਸੁਲੱਖਣੀ ਦੱਸਿਆ ਜਾਂਦਾ ਹੈ। ਜਿਹਨੇ ਆ ਕੇ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਘਰ ਸੰਤਾਨ ਕੋਈ ਨਾ, ਅਤੇ ਜਦੋਂ ਉਹਨੇ ਅਰਦਾਸ ਕੀਤੀ ਹੈ, ਉਹਨੇ ਆ ਕੇ ਮਹਾਰਾਜ ਅੱਗੇ ਬੇਨਤੀ ਕੀਤੀ, ਅਤੇ ਮਹਾਰਾਜ ਨੇ ਮਸਤਕ ਨੂੰ ਦੇਖਿਆ ਅਤੇ ਕਹਿੰਦੇ ਤੇਰੇ ਤੇ ਭਾਗਾਂ 'ਚ ਸੰਤਾਨ ਲਿਖੀ ਕੋਈ ਨਹੀਂ। ਰੋਣ ਲੱਗ ਪਈ, ਉੱਠ ਕੇ ਚਲੀ ਗਈ। ਬਾਹਰ ਭਾਈ ਗੁਰਦਾਸ ਵਰਗੇ ਬਜ਼ੁਰਗ ਮਿਲੇ, ਕਹਿਣ ਲੱਗੇ ਬੀਬਾ ਰੋਂਦੀ ਕਿਉਂ ਜਾਂਦੀ ਹੈ? ਕਹਿਣ ਲੱਗੇ ਆਈ ਸਾਂ ਗੁਰੂ ਮਹਾਰਾਜ ਕੋ ਅਰਦਾਸ ਕਰਨ, ਪਰ ਗੁਰੂ ਮਹਾਰਾਜ ਨੇ ਮਨਾ ਕਰ ਦਿੱਤਾ ਹੈ। ਭਾਈ ਸਾਹਿਬ ਕਹਿਣ ਲੱਗੇ ਐਸਾ ਤਾਂ ਹੈ ਹੀ ਨਹੀਂ ਵੀ ਗੁਰੂ ਮਹਾਰਾਜ ਕਿਸੇ ਦੀ ਅਰਦਾਸ ਸੁਣਨ ਅਤੇ ਅਰਦਾਸ ਨੂੰ ਕਿਸੇ ਦਾ ਹੀ ਜਵਾਬ ਦੇ ਦੇਣ। ਕੀ ਗੱਲਬਾਤ ਹੋਈ? ਕਹਿਣ ਲੱਗੀ ਕਿ ਮੈਂ ਬੇਨਤੀ ਕੀਤੀ, ਮੇਰੇ ਘਰ ਸੰਤਾਨ ਨਹੀਂ ਹੈ, ਅਤੇ ਕਹਿਣ ਲੱਗੇ ਤੇਰੇ ਭਾਗਾਂ 'ਚ ਨਹੀਂ ਹੈ, ਅਤੇ ਮੈਂ ਰੋਵਾਂ ਨਾ ਅਤੇ ਕੀ ਕਰਾਂ, ਭਾਗਾਂ 'ਚ ਨਾ ਜੋ ਹੋਇਆ, ਕਿਉਂਕਿ ਇੱਥੇ ਤਾਂ ਭਾਗਾਂ ਕਰਕੇ ਮਿਲਦਾ ਹੈ। ਭਾਈ ਸਾਹਿਬ ਕਹਿਣ ਲੱਗੇ ਐਸਾ ਤਾਂ ਨਹੀਂ ਹੈ ਕਿ ਜੋ ਭਾਗਾਂ 'ਚ ਲਿਖਿਆ ਹੋਵੇ ਉਹੀ ਮਿਲਦਾ ਹੈ, ਭਾਗਾਂ ਤੋਂ ਬਾਹਰਲਾ ਵੀ ਮਿਲ ਜਾਂਦਾ ਹੈ। ਕਹਿਣ ਲੱਗੇ ਕੀ ਕਰਨਾ ਪੈਂਦਾ? ਕਹਿਣ ਲੱਗੇ ਵਿਸ਼ਵਾਸ ਰੱਖਣਾ ਪੈਂਦਾ, ਗੁਰੂ ਕੋਲਣਾ ਪੈਂਦਾ। ਇਹ ਗੱਲ ਆਪਾਂ ਵੀ ਆਪਣੇ ਵਡੇਰਿਆਂ ਤੋਂ ਸੁਣੀ ਹੋਣੀ ਆ। ਅੱਜ ਤੱਕ ਜਿਤਨੀਆਂ ਅਰਦਾਸਾਂ ਆਪਾਂ ਕੀਤੀਆਂ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ, ਜਾਂ ਵੱਡਿਆਂ ਤੋਂ ਅਰਦਾਸਾਂ ਦੇ ਬਾਬਤ ਸੁਣਿਆ, ਜਾਂ ਕਿਤੇ ਸੱਜੇ ਖੱਬੇ ਪੁਸਤਕਾਂ ਗ੍ਰੰਥਾਂ 'ਚੋਂ ਪੜ੍ਹਿਆ, ਕੋਈ ਅਰਦਾਸ ਐਸੀ ਕਿਸੇ ਗੁਰਸਿੱਖ ਨੇ ਕੀਤੀ ਹੈ ਕਿ ਮਹਾਰਾਜ ਮੇਰੇ ਭਾਗਾਂ ਦੇ ਮੁਤਾਬਕ ਮੈਨੂੰ ਦੇ ਦਿਓ, ਵੀ ਮੇਰੇ ਭਾਗਾਂ 'ਚ ਹੈ ਤਾਂ ਦਿਓ, ਮੇਰੇ ਭਾਗਾਂ 'ਚ ਨਹੀਂ ਹੈ ਤਾਂ ਨਾ ਦਿਓ, ਕੋਈ ਗੱਲ ਨਹੀਂ। ਐਸਾ ਨਹੀਂ ਕਰਦੇ। ਅਸੀਂ ਕਹਿੰਦੇ ਮਹਾਰਾਜ ਇਹ ਜ਼ਰੂਰਤ ਹੈ ਮੈਨੂੰ ਦਿਓ। ਸਾਨੂੰ ਤਾਂ ਦੱਸਿਆ ਗਿਆ ਪਾਵੋ ਦਾਨ ਢੀਠ ਹੋਏ ਮੰਗੋ। ਮੇਰੇ ਭਾਗਾਂ 'ਚ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ, ਪਰ ਮੈਂ ਤੁਹਾਡੇ ਤੋਂ ਮੰਗਦਾ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਮਸਤਕ ਦੇ ਭਾਗ ਵੀ ਤੁਹਾਡੇ ਦਰ 'ਤੇ ਆਉਣਾ ਬਦਲ ਜਾਂਦੇ ਨੇ। ਦੁਨੀਆ ਦੇ ਵਿੱਚ ਗਿਆਨ ਵਰਤਦਾ ਏ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਪੜ੍ਹਦੇ ਨਾ ਆਪਾਂ ਕਈ ਵਾਰ ਹਰ ਗੱਲ ਨੂੰ ਪੜ੍ਹ ਕੇ ਗੁਰੂ ਸਾਹਿਬ ਤੱਕ ਸੀਮਿਤ ਕਰਕੇ ਰੁਕ ਜਾਂਦੇ ਹਾਂ। ਯਾਦ ਰੱਖਣਾ ਇਹ ਦੁਨੀਆ ਦੇ ਗਿਆਨ ਦੀ ਗੱਲ ਹੈ, ਇਹ ਦੁਨੀਆ ਲਈ ਹੈ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਪਰ ਜੋ ਗੁਰੂ ਪਾਕ ਪ੍ਰਤੀ ਹੈ ਅਤੇ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਹੈ, ਉਹ ਐਸਾ ਨਹੀਂ ਗਾ। ਉਹ ਸਾਰੇ ਲੇਖਾਂ ਤੋਂ ਉੱਪਰ ਹੈ। ਉਹ ਅਲੇਖ ਕਰਤਾ ਪੁਰਖ ਦਾ ਹੁਕਮ ਹੈ। ਅਤੇ ਕਹਿਣ ਲੱਗੇ ਫਿਰ ਕੀ ਕਰਾਂ? ਕਹਿਣ ਲੱਗੇ ਮੁੜ ਕੇ ਕਿਸੇ ਦਿਨ ਆਵੀਂ, ਫਿਰ ਬੇਨਤੀ ਕਰੀ, ਇਹਨਾਂ ਫਿਰ ਕਹਿਣਾ ਤੇਰੇ ਭਾਗਾਂ 'ਚ ਨਹੀਂ ਲਿਖਿਆ। ਅਤੇ ਕਹਿਣ ਲੱਗੇ ਮਹਾਰਾਜ ਜੇ ਪਹਿਲਾਂ ਨਹੀਂ ਲਿਖਿਆ ਗਿਆ ਤਾਂ ਹੁਣ ਲਿਖ ਦਿਓ। ਪਰ ਅਸੀਂ ਵਡੇਰਿਆਂ ਸਾਖੀਕਾਰਾਂ ਤੋਂ ਸੁਣਿਆ ਕਿ ਮਹਾਰਾਜ ਨੇ ਇਸੇ ਤਰ੍ਹਾਂ ਕਿਹਾ ਕਿ ਬੀਬਾ ਤੇਰੇ ਭਾਗਾਂ 'ਤੇ ਸੰਤਾਨ ਲਿਖੀ ਨਹੀਂ। ਉਹ ਕਹਿਣ ਲੱਗੇ ਮਹਾਰਾਜ ਕੋਈ ਗੱਲ ਨਹੀਂ ਲਿਖੀ ਤੇ ਕੋਈ ਗੱਲ ਨਹੀਂ, ਹੁਣ ਲਿਖ ਦਿਓ। ਹੱਸ ਕੇ ਕਹਿਣ ਲੱਗੇ ਹੁਣ ਕਿੱਥੇ ਲਿਖਾਂ? ਕਹਿਣ ਲੱਗਿਆ ਦੇਖੋ ਕਲਮ ਵੀ ਹੈਗੀ, ਕਾਗਜ਼ ਵੀ, ਦਵਾਤ ਵੀ ਹੈਗਾ, ਹੁਣ ਲਿਖਵਾ ਲਿਆ ਉਹਨੇ। ਪੁਰਾਣੇ ਸਾਖੀਕਾਰ ਤੇ ਕਹਿੰਦੇ ਨਾ ਏਕਾ ਲਿਖਵਾਉਣ ਲੱਗੀ ਸੀ, ਸਾਤਾ ਲਿਖਵਾ ਕੇ ਲੈ ਗਈ। ਇਹਦੇ ਨਾਲ ਨਾਲ ਬੇਨਤੀ ਹੋਰ ਕਰਾਂ, ਇੱਕ ਇਤਿਹਾਸ 'ਚ ਆਪਣੇ ਵਾਕਿਆ ਪੜ੍ਹਿਆ ਹੋਵੇਗਾ। ਭਾਈ ਸ਼ੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਸ਼ਹੀਦ ਹੋਏ ਨੇ ਸਾਡੇ ਘਰ ਦੇ। ਲਾਹੌਰ ਦਰਬਾਰ ਦੇ ਵੱਡੇ ਕਾਰਦਾਰ ਨੇ, ਕੋਤਵਾਲ ਤੱਕ ਰਹੇ ਨੇ ਭਾਈ ਸ਼ੁਬੇਗ ਸਿੰਘ। ਅੱਜ ਸਾਡੇ ਘਰ ਨਵਾਬੀ ਮਿਲੀ ਨਾ ਭਾਈ ਕਪੂਰ ਸਿੰਘ ਜੀ ਨੂੰ, ਇਸ ਨਵਾਬੀ ਦੀ ਖਿਲਤ ਨੂੰ ਲੈ ਕੇ ਵੀ ਲਾਹੌਰ ਦਰਬਾਰ 'ਚੋਂ ਭਾਈ ਸ਼ੁਬੇਗ ਸਿੰਘ ਹੀ ਆਏ ਸੀ। ਪੜ੍ਹੇ ਲਿਖੇ ਨੇ, ਵਕੀਲ ਨੇ, ਆਪਣੇ ਵਕਤ ਦੇ ਦੀਵਾਨਗੀ ਤੱਕ ਤੇ ਲਾਹੌਰ ਦੇ ਕੋਤਵਾਲ ਤੱਕ ਦੇ ਅਹੁਦਿਆਂ 'ਤੇ ਪਹੁੰਚੇ। ਪਰ ਚੂੰਕਿ ਸਿੱਖ ਸੀਗੇ, ਹਾਲਾਤ ਵਿਗੜੇ ਤੇ ਗ੍ਰਿਫਤਾਰ ਕਰ ਲਏ ਗਏ। ਸਿੱਖ ਹੋਣ ਦੇ ਦੋਸ਼ ਵਿੱਚ ਹੀ ਇਹਨੂੰ ਸਜ਼ਾਏ ਮੌਤ ਦਿੱਤੀ ਗਈ, ਚਰਖੜੀ 'ਤੇ ਚਾੜਿਆ ਗਿਆ।
ਚਰਖੜੇ ਤੇ ਚਾੜ ਦਿੱਤੇ ਗਏ ਪਿਤਾ ਪੁੱਤਰ। ਸ਼ਾਹਬਾਜ਼ ਸਿੰਘ ਅਜੇ ਕੂਲਾ ਬੱਚਾ ਸੀ, 18 ਕੁ ਸਾਲ ਦਾ। ਕਹਿੰਦੇ ਨੇ ਜਦੋਂ ਬਹੁਤ ਪੀੜਾ ਹੋਈ ਚਰਖੜੀ ਤੇ ਚੜ੍ਹਨ ਦੀ, ਤੇ ਬਾਰ-ਬਾਰ ਜੋ ਕੋਲ ਕਾਜੀ ਖੜਾ ਸੀ ਉਹ ਇੱਕੋ ਗੱਲ ਕਹਿ ਰਿਹਾ ਕਿ ਇਸਲਾਮ ਕਬੂਲ ਕਰਦਾ ਹੈ, ਕਿ ਇਸਲਾਮ ਕਬੂਲ ਹੈ, ਕਿ ਕਬੂਲ ਹੈ, ਕਿ ਕਬੂਲ ਹੈ। ਉਹ ਬਾਰ-ਬਾਰ ਕਬੂਲ 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 ਕਰ ਰਿਹਾ ਹੈ। ਤੇ ਇਹਨੇ ਦੇ ਵਿੱਚ ਪੀੜਾ ਨਾ ਚੱਲਦਾ ਹੋਇਆ ਇਸ ਬੱਚੇ ਦਾ ਸਿਰ ਬੇਹੋਸ਼ੀ 'ਚ ਉਲਰ ਗਿਆ। ਜਦੋਂ ਬੇਹੋਸ਼ੀ 'ਚ ਸਿਰ ਉਲਰ ਗਿਆ, ਉਹਨੇ ਰੌਲਾ ਪਾਤਾ, ਦੇਖੋ ਜਿਹਨੇ ਕਬੂਲ ਕਰ ਲਿਆ, ਇਹਨੇ ਮੰਨ ਲਿਆ, ਔਰ ਉਹਨੂੰ ਚਰਖੜੇ ਉਤਾਰਤਾ ਗਿਆ। ਦੇਖੋ ਜਿਹਨੇ ਤੇ ਇਸਲਾਮ ਕਬੂਲ ਕਰ ਲਿਆ ਗਿਆ। ਉਹਦੇ ਕੋਲ ਖੜਾ ਸੀ ਕੋਤਵਾਲ, ਤੇ ਕੋਤਵਾਲ ਕਦੇ ਸ਼ਬੇਗ ਸਿੰਘ ਦਾ ਮਤਹਿਤ ਕੋਤਵਾਲ ਰਹਿ ਚੁੱਕਾ ਸੀ। ਜਾ ਕੇ ਸ਼ਬੇਗ ਸਿੰਘ ਨੂੰ ਕਹਿਣ ਲੱਗਾ, ਭਾਈ ਤੁਸੀਂ ਮੇਥੋਂ ਉਮਰ 'ਚ ਵੱਡੇ ਹੋ, ਅਹੁਦੇ 'ਤੇ ਵੱਡੇ ਰਹੇ ਹੋ, ਪਰ ਅੱਜ ਸਰਕਾਰ ਦਾ ਹੁਕਮ ਹੈ ਤੁਸੀਂ ਕੈਦੀ ਬੰਦੀ ਖਾਨੇ 'ਚੋਂ ਚਰਖੜੀ 'ਤੇ ਚੜ੍ਹੇ ਹੋ, ਅੱਜ ਬੰਦੀ ਖਾਨੇ ਦਾ ਹੁਕਮ ਹੈ ਤੁਹਾਡੇ ਲਈ। ਪਰ ਇੱਕ ਗੱਲ ਦੱਸੋ, ਜਿਸ ਪਰਿਵਾਰ ਤੇ ਪੁੱਤਰ ਵਾਸਤੇ ਤੁਸੀਂ ਜ਼ਫਰ ਜਾਲਦੇ ਪਏ ਹੋ, ਉਸ ਪੁੱਤਰ ਨੇ ਤੇ ਕਬੂਲ ਕਰ ਲਿਆ ਇਸਲਾਮ। ਜਿਸ ਪੁੱਤਰ ਤੇ ਮਾਣ ਕਰਕੇ ਤੁਸੀਂ ਗੱਲਾਂ ਕਰਦੇ ਸੀ, ਉਸ ਪੁੱਤਰ ਨੇ ਤੇ ਇਸਲਾਮ ਕਬੂਲ ਕਰ ਲਿਆ, ਤੇ ਤੂੰ ਵੀ ਕਰ ਲੈ। ਦੋਵੇਂ ਪਿਓ ਪੁੱਤਰ ਇਸਲਾਮ ਕਬੂਲ ਕਰ ਲਓ, ਮੌਜਾਂ ਲਓ, ਸੰਸਾਰ ਦੇ ਸੁੱਖ ਲਓ, ਕਾਹਨੂੰ ਦੁੱਖ ਭੋਗਦੇ ਹੋ। ਸ਼ਬੇਗ ਸਿੰਘ ਕਹਿਣ ਲੱਗੇ, ਐਸਾ ਨਹੀਂ ਹੋ ਸਕਦਾ। ਕਹਿਣ ਲੱਗੇ, ਐਸਾ ਹੀ ਹੋਇਆ। ਉਹ ਦੇਖੋ ਉਹਨੂੰ ਚਰਖ ਉਤਾਰ ਦਿੱਤਾ ਗਿਆ। ਚਰਖ ਉਤਾਰਿਆ ਹੋਏ ਸ਼ਾਹਬਾਜ਼ ਸਿੰਘ ਜ਼ਮੀਨ 'ਤੇ ਲਿਟਾਇਆ ਹੋਇਆ। ਕਹਿਣ ਲੱਗੇ, ਸ਼ਬੇਗ ਸਿੰਘ ਮੈਨੂੰ ਵੀ ਉਤਾਰ, ਜੇ ਤੂੰ ਇੰਨਾ ਕਰ ਸਕਦਾ ਹੈ, ਵਕਤ ਦਾ ਹਾਕਮ ਹੈ, ਮੈਨੂੰ ਚਰਖ ਉਤਾਰ, ਮੈਨੂੰ ਉੱਥੋਂ ਤੱਕ ਲੈ ਕੇ ਚੱਲ, ਮੈਂ ਦੇਖਾਂ ਤੇ ਸਹੀ। ਜਦ ਤੱਕ ਮੈਂ ਆਪਣੀ ਅੱਖੀਂ ਨਹੀਂ ਦੇਖ ਲੈਂਦਾ, ਤਦ ਤੱਕ ਮੈਂ ਵਿਸ਼ਵਾਸ ਨਹੀਂ ਕਰਦਾ। ਸ਼ਬੇਗ ਸਿੰਘ ਨੂੰ ਚਰਖ ਉਤਾਰਿਆ ਗਿਆ। ਦੋ ਬੰਦੇ ਪਕੜ ਕੇ ਕੋਲ ਲੈ ਕੇ ਆਏ। ਖੜੇ ਹੋਣ ਦੀ ਤਾਬ ਸਰੀਰ 'ਚ ਨਹੀਂ ਸੀ, ਕਿਉਂਕਿ ਚਰਖੜੀ ਜੇ ਚੜ੍ਹਦੀ, ਅਸੀਂ ਤਸਵੀਰਾਂ ਵੇਖੀ ਹੈ ਨਾ, ਹੱਡੀਆਂ ਤੱਕ ਤੋੜ ਦਿੰਦੀ ਹੈ, ਸਾਰਾ ਸਰੀਰ ਵਿੰਨ੍ਹਿਆ ਜਾਂਦਾ ਹੈ। ਸਰੀਰਕ ਤੌਰ 'ਤੇ ਖੜੇ ਹੋਣ ਦੀ ਤਾਬ ਸ਼ਬੇਗ ਸਿੰਘ ਵਿੱਚ ਨਹੀਂ ਹੈ। ਕੋਲ ਆਏ, ਦੇਖਿਆ ਤੇ ਮਸਤਕ ਵੱਲ ਗੌਰ ਨਾਲ, ਉਹਦੇ ਮਸਤਕ 'ਤੇ ਕੁਝ ਨਿਸ਼ਾਨ ਹੈ। ਇਹਨਾਂ ਹੌਲੀ ਹੌਲੀ ਆਪਣਾ ਪੈਰ ਅੱਗੇ ਵਧਾਇਆ, ਵਾਹਿਗੁਰੂ ਦਾ ਨਾਂ ਲੈ ਅਰਦਾਸ ਕੀਤੀ, ਉਹਦੇ ਮੱਥੇ 'ਤੇ ਆਪਣਾ ਪੈਰ ਰਗੜ ਦਿੱਤਾ, ਜਿਵੇਂ ਕੁਝ ਚੀਜ਼ ਮਿਟਾ ਦਿੱਤੀ ਜਾਂਦੀ ਹੈ। ਮਿਟਾ ਦਿੱਤਾ। ਕਹਿਣ ਲੱਗੇ, ਹੁਣ ਹੋਸ਼ ਵਿੱਚ ਲਿਆ ਕੇ ਦੇਖੋ। ਦੇ ਮੂੰਹ 'ਤੇ ਜਲ ਛਿੜਕਿਆ। ਸ਼ਾਹਬਾਜ਼ ਸਿੰਘ ਜਲ ਪਾਣੀ ਛਿੜਕਣ ਦੇ ਮੂੰਹ 'ਤੇ ਹੋਸ਼ ਵਿੱਚ ਆਏ। ਪੁੱਛੇ, ਇਸਲਾਮ ਕਬੂਲ ਹੈ? ਕਹਿਣ ਲੱਗਾ, ਨਹੀਂ। ਕਹਿਣ ਲੱਗਾ, ਹੁਣੇ ਤੇ ਕੀਤਾ ਸੀ? ਕਹਿਣ ਲੱਗਾ, ਹੁਣ ਨਹੀਂ ਹੁੰਦਾ। ਉਹ ਕੋਤਵਾਲ ਸ਼ਬੇਗ ਸਿੰਘ ਨੂੰ ਪੁੱਛਣ ਲੱਗਾ, ਕੀ ਕੀਤਾ ਹੈ, ਹੋਇਆ ਕੀ ਹੈ? ਸ਼ਬੇਗ ਸਿੰਘ ਕਹਿਣ ਲੱਗਾ, ਇਹ ਬੱਚਾ ਤੁਹਾਡੇ ਕੋਲ ਪੜ੍ਹਿਆ, ਇਸੇ ਕਾਜੀ ਸਾਹਿਬ ਦੇ ਕੋਲ, ਇਹਦੇ ਮਦਰਸੇ ਵਿੱਚ ਹੀ ਹੁਣ ਬਚਪਨ ਤੋਂ ਲੈ ਕੇ ਇਹਦੇ ਕੋਲ ਹੀ ਪੜ੍ਹਿਆ। ਇਹਦੇ ਸੰਸਕਾਰਾਂ ਦਾ ਪ੍ਰਭਾਵ ਇਹ 'ਤੇ ਪੈ ਗਿਆ ਸੀ, ਇਸ ਦੀ ਸੰਗਤ ਦਾ ਪ੍ਰਭਾਵ ਇਹ 'ਤੇ ਪੈ ਗਿਆ ਸੀ। ਭਾਵੇਂ ਬਾਅਦ ਵਿੱਚ ਇਸੇ ਬੱਚੇ 'ਤੇ ਇਸਲਾਮ ਦੀ ਤੌਹੀਨ ਦਾ ਦੋਸ਼ ਲੱਗਾ ਹੈ, ਪਰ ਇਹਦੇ ਉੱਤੇ ਇਸਲਾਮ ਦਾ ਅਤੇ ਇਸ ਕਾਜੀ ਦਾ ਪ੍ਰਭਾਵ ਪੈ ਗਿਆ ਸੀ, ਜਿਸ ਕਰਕੇ ਇਹਦੇ ਲੇਖ ਵਿੱਚ ਇਹਦਾ ਅਸਰ ਪੈ ਗਿਆ ਸੀ। ਤੇ ਕਿ ਲੱਗਾ, ਤੂੰ ਕੀ ਕੀਤਾ ਜੀ? ਕਿ ਲੱਗਾ, ਮੈਂ ਗੁਰੂ ਦਾ ਨਾਂ ਲੈ ਕੇ ਲੇਖ ਮਿਟਾ ਦਿੱਤਾ ਜੀ। ਹੁਣ ਲੇਖ ਮਿਟਾਉਣ ਦਾ ਜ਼ਿਕਰ ਸਭ ਤੋਂ ਪੁਰਾਣੇ ਸਾਡੇ ਪੰਥ ਪ੍ਰਕਾਸ਼ ਵਿੱਚ ਜ਼ਿਕਰ ਕੀਤਾ ਗਿਆ। ਮੈਂ ਆਪਣੇ ਗੁਰੂ ਦਾ ਨਾਂ ਲੈ ਕੇ ਲੇਖ ਮਿਟਾ ਦਿੱਤਾ ਹੈ। ਜਿੱਥੇ ਦੁਨੀਆ ਕਹਿੰਦੀ ਲੇਖ ਨਹੀਂ ਮਿਟਦੇ, ਗੁਰੂ ਲੇਖਾਂ ਤੋਂ ਅਗਲੀ ਗੱਲ ਕਰਦੇ ਨੇ। ਅਸੀਂ ਕਦੇ ਨਹੀਂ ਕਹਿੰਦੇ ਕਿ ਲੇਖਾਂ ਦੇ ਮੁਤਾਬਕ ਸਾਨੂੰ ਕੁਝ ਕੀਤਾ ਜੇ, ਦਿੱਤਾ ਜੇ, ਨਹੀਂ। ਅਸੀਂ ਕਹਿੰਦੇ ਲੇਖੇ ਕਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ। ਅਸੀਂ ਲੇਖਾਂ ਕਰਕੇ ਨਹੀਂ, ਅਸੀਂ ਕਿਰਪਾ ਕਰਕੇ, ਕਿਰਪਾ ਕਰਕੇ ਬਖਸ਼ ਲਓ। ਇਹ ਸੱਚੇ ਪਾਤਸ਼ਾਹ ਸਾਨੂੰ ਲੇਖਾ ਨਾ ਲੈਣਾ ਸਾਡੇ ਤੋਂ, ਅਸੀਂ ਲੇਖਾ ਦੇਣ ਜੋਗੇ ਨਹੀਂ ਹਾਂ, ਬਸ ਸਾਨੂੰ ਕਿਰਪਾ ਕਰਨਾ ਤਾਂ ਕਿ ਸਾਨੂੰ ਬਖਸ਼ਿਸ਼ ਮਿਲੇ। ਮਹਾਰਾਜ ਕਹਿਣ ਲੱਗੇ, ਲਿਖਦਾ ਵੀ ਆਪ ਜੇ, ਲਿਖਾਰੀ ਵੀ ਆਪ ਜੇ, ਸਾਰੇ ਲੇਖ ਆਪ ਲਿਖਦਾ ਜੇ। ਇਸ ਕਰਕੇ ਜਿਸ ਨੇ ਲੇਖ ਲਿਖੇ ਹੁੰਦੇ ਨੇ ਨਾ, ਉਸ ਨੂੰ ਲੇਖ ਮਿਟਾਉਣ ਦਾ ਹੱਕ ਵੀ ਹੁੰਦਾ ਹੈ, ਤੇ ਜਿਨ੍ਹਾਂ ਦੇ ਲਈ ਲਿਖੇ ਹੁੰਦੇ ਨੇ ਉਹਨਾਂ ਨੂੰ ਇਹ ਲੇਖ ਮਿਟਾਉਣ ਦਾ ਕੋਈ ਹੱਕ ਨਹੀਂ ਹੁੰਦਾ। ਇੱਕ ਬਚਨ ਆਪਾਂ ਜਪਜੀ ਪੜ੍ਹਦੇ ਨਾ, ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਤਨੇ ਲੇਖ ਲਿਖੇ ਨੇ ਸਾਡੇ ਤੁਹਾਡੇ ਸਿਰ 'ਤੇ ਨੇ, ਸਾਡੇ ਲਈ ਨੇ, ਮੇਰੇ ਲਈ ਨੇ, ਤੁਹਾਡੇ ਲਈ ਨੇ। ਜੋ ਲਿਖਿਆ ਮਾਲਕ ਨੇ,
पर जिसने लिखे ਉਹਦੇ ਲਈ थोड़ा कोई लेख है, वो तो अलेख है। महाराज कहने लगे लिखणहारा आप जे, लेख आप लिखदा जे, लिखारी आप जे, ये चेता रखना। तो फिर अगली गल असीं चेता रखिए, मिटाने वाला भी आप जे, लिख बदल वाला भी आप जे। गुरु का शब्द काटा कोट कर्म, एक दा नहीं, वो करोड़ा कर्म मिटा देंदे ने एक शब्द दे सदके। कहने लगे आपे लेखण आप लिखारी, आपे लेख लिखा, संसार दे सारे लेख वो आप लिखते ने। पर सी की करिए फिर बाबा, ये सच्चे पातशाह सी की करिए। कहने लगे मेरे मन जप राम नाम उमाहा, तू भले इस करके उत्साह विच आके जपिया कर, मजबूरी विच ना जपिया कर। असी बहुते जी जपते हाँ, मजबूरियां च जपते हैं, सानू आखिया गया तां जपते हैं, असां दसना हुंदा तां जपते हैं। असी जपदे से करके ना, क्योंकि किसी ने पूछ लिया भी हाँ उठे सी सवेरे, हाँ जी उठिया सी, जपजी पाठ कीते, हाँ जी कीता है। असां दसना है तां करते हैं, पर जदों कोई साथों पूछे ना तो दसना भी ना होवे, असी किसी लेखा भी नहीं देना। प्रेम ना कर, उत्साह ना कर, उमाह ना कर, उस चाव ना कर, प्रभु का नाम चाव ना जप। ये चाव साडे अंदर बनिया रहे, गुण गावा दिन रहन नानक चाव ये बन जाए साडे अंदर। कह लगे मेरे मन जप राम नाम ओ माहा, फिर की होएगा? कह लगे आनंदन आनंद होवे, फिर हर वेले का आनंद बन जाएगा। किनन बनता? वड भागे, वड्डे भाग बन जाएंगे, वड्डे भागां सदके आनंद बन जाएगा। लै गुर पूरे हर लाहा, ते भलिया जदों उत्साह दे नाल प्रेम दे नाल गुण गाएगा तो गुरु पूरे तो तेन बख्शिशां प्राप्त होणगियां, लाहा प्राप्त हो जाएगा। आप यत्न करिया करिए, जितना भी जपीए, जितना भी पढ़िए, जो भी पढ़िए चाव दे नाल, उमाह दे नाल, उत्साह न पढ़ सकिए। इतने को बचन प्रवान करना। भुल चुक दी खिमा, आसीस ते प्यार दिंदियां फतेह बुलावना जी। वाहिगुरू जी का खालसा, वाहिगुरू जी की